ਕਾਂਗਰਸ ਕਿਉਂ ਨਹੀਂ, ਝਾੜੂ ਕਿਉਂ ਨਹੀਂ, ਅਕਾਲੀ ਦਲ ਕਿਉਂ ਨਹੀਂ, ਭਾਜਪਾ ਕਿਉਂ ਨਹੀਂ, ਮਾਨ ਦਲ ਨੂੰ ਕਿਉਂ ਸਪੋਰਟ ਕਰ? ਹਰੇਕ ਧਰਮਾਂ ਦੀ ਰਿਸਪੈਕਟ ਕਰਨ ਵਾਲੇ ਬਾਬਾ ਜਰਨੈਲ ਸਿੰਘ ਦੇ ਜਾਣ ਤੋਂ ਬਾਅਦ ਸਿੱਖਾਂ ਦੇ ਜਰਨੈਲ ਸਾਨੂੰ ਸਿਮਰਜੀਤ ਸਿੰਘ ਮਾਨ ਨਜ਼ਰ ਆ ਰਹੇ। ਜਦੋਂ ਮਾਨ ਦਲ ਦੀ ਗੱਲ ਚੱਲਦੀ ਹੈ ਤਾਂ ਉਦੋਂ ਇਹ ਕਿਹਾ ਜਾਂਦਾ ਹੈ ਕਿ ਇਹ ਸਿੱਖਾਂ ਦੀ ਪਾਰਟੀ ਹੈ, ਇਹ ਸਿੱਖਾਂ ਦੀ ਗੱਲ ਕਰਦੀ ਹੈ, ਖਾਲਿਸਤਾਨ ਦੀ ਗੱਲ ਕਰਦੇ ਨੇ। ਜੇ ਕਸ਼ਮੀਰ ਵਿੱਚ ਜਾਂਦੇ ਨੇ ਬਗੈਰ ਦਰਦ ਤੋਂ ਥੋੜਾ ਜਾਂਦੇ ਨੇ। ਜੇਕਰ ਇਹਨਾਂ ਦੇ ਅੰਦਰ ਕੋਈ ਦਰਦ ਹੈ ਕੌਮ ਪ੍ਰਤੀ, ਹਰੇਕ ਧਰਮਾਂ ਦੇ ਪ੍ਰਤੀ, ਫੇਰ ਹੀ ਤਾਂ ਗਏ ਨੇ ਨਾ ਉੱਥੇ। ਝਾੜੂ ਹੈ ਜਾਂ ਆਮ ਆਦਮੀ ਪਾਰਟੀ ਹੈ ਕਿ ਉਹ ਪੰਜਾਬ ਦਾ ਭਲਾ ਨਹੀਂ ਕਰੇਗੀ, ਪਰ ਮੈਂ ਅਸੀਂ ਆਸ ਨਹੀਂ ਚਾਹੁੰਦੇ ਵੀ ਬਹੁਤਾ ਚੰਗਾ ਕਿ ਪੰਜਾਬ 'ਚ ਸਮਾਰਨਗੇ। ਜਦੋਂ ਦਿੱਲੀ 'ਚ ਸਾਡੀ ਭੈਣ ਦੀ ਪੱਤ ਲੁੱਟੀ ਗਈ, ਪਰ ਉੱਥੇ ਉਹ ਕਿਉਂ ਨਹੀਂ ਬਈ ਬਾਜ ਠਾ ਸਕਦੇ? ਤਾਂ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਤੇ ਕਿਉਂ ਨਹੀਂ ਸਾਈਨ ਕੀਤੇ? ਸੱਚਾ ਸੌਦਾ ਜਿਹਨੂੰ ਕਿਹਾ ਜਾਂਦਾ ਹੈ, ਸਰਸੇ ਵਾਲਾ ਸਾਧ ਆ, ਉਹਦੀਆਂ ਵੋਟਾਂ ਲੈਣੀਆਂ ਨੇ ਤਾਂ ਉਹਨੂੰ 21 ਦਿਨ ਦੀ ਫਰਲ ਹੈ ਜਿਹੜੀ ਉਹ ਦੇ ਦਿੱਤੀ ਗਈ ਹੈ। ਤਾਂ ਦੂਜੇ ਪਾਸੇ ਬੰਦੀ ਸਿੰਘਾਂ ਨੂੰ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋਈਆਂ ਨੂੰ ਵੀ ਕਈ ਸਾਲ ਹੋ ਗਏ, 21 ਦਿਨਾਂ ਵਾਸਤੇ ਸਰਸੇ ਵਾਲੇ ਸੌਦਾ ਸਾਧ ਨੂੰ ਛੱਡਿਆ ਜਾਂਦਾ ਹੈ। ਭਗਵੰਤ ਮਾਨ ਦੀ ਗੱਲ ਕੀਤੀ ਜਾਂਦੀ ਹੈ, ਜਦੋਂ ਅਸੀਂ ਸਿੱਖਾਂ ਦੇ ਪੁੱਤ ਸਿੱਖਾਂ ਦੇ ਘਰਾਂ 'ਚ ਜਨਮ ਲੈ ਕੇ ਅਸੀਂ ਸਿੱਖਾਂ ਦੀ ਗੱਲ ਨਹੀਂ ਕਰ ਸਕਦੇ, ਫਿਰ ਅਸੀਂ ਬਹੁਤ ਹੀ ਚੰਗੀ ਕੇਂਦਰੀਵਾਲ ਤੋਂ ਜਾਂ ਉਹਨਾਂ ਦੀ ਆਉਣ ਵਾਲੀ ਜਿਹੜੀ ਬੀ ਟੀਮ ਕਹਿਣਾ ਮੈਂ ਉਸ ਟੀਮ ਨੂੰ, ਉਸ ਬੀ ਟੀਮ ਤੋਂ ਭਾਜਪਾ ਦੀ ਕਹਿ ਦਈਏ ਬਹੁਤ ਹੀ ਚੰਗੀ ਆਸ ਨਹੀਂ ਜੇ ਰੱਖਦੇ। ਅਕਾਲੀ ਦਲ ਹੈ ਉਹ ਤਾਂ ਸ਼ੁਰੂ ਤੋਂ ਖੁਦ ਨੂੰ ਕਹਿੰਦਾ ਆਂਦਾ ਕਿ ਅਸੀਂ ਪੰਥਕ ਪਾਰਟੀਆਂ, ਪਿੰਡਾਂ ਦੀ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ, ਬਾਦਲ। ਚੰਦਨ ਕੇ ਨਿਕਟ ਬਸੇ ਬਾਂਸ ਸੁਗੰਧ ਨਾ ਹੋਈ। ਦੇਖੋ ਜੀ, ਉਹ ਬਾਂਸ ਸੌਦਾਂ ਦਾ ਖੈਂਦਾ ਰਹਿ ਜਾਂਦਾ ਹੈ, ਪਰ ਸੁਗੰਧੀ ਨਹੀਂ ਪ੍ਰਾਪਤੀ ਕਰ ਸਕਦਾ। ਤਾਂ ਕਹਿੰਦੇ ਵੀ ਕੈਪਟਨ ਨੇ ਨਹੀਂ ਕੀਤੇ ਮਸਲੇ ਹੱਲ, ਹੁਣ ਚੰਨੀ ਕਰੂਗਾ ਸਾਰੇ ਮਸਲੇ ਹੱਲ। ਗਾਣੇ ਵੀ ਇਹਨਾਂ ਨੇ ਗਾਤੇ ਕਿ ਕਹਿੰਦੇ ਪਹਿਲਾ ਮੁੱਖ ਮੰਤਰੀ ਤਾਂ ਆਉਂਦਾ ਹੀ ਨਹੀਂ ਸੀ, ਇਹ ਕਹਿੰਦੇ ਸੌਂਦਾ ਹੀ ਨਹੀਂ। ਕਾਂਗਰਸ ਨੇ ਉਹਨੂੰ ਫਿਰ ਤੋਂ ਉਮੀਦਵਾਰ ਐਲਾਨਿਆ ਕਿ ਗਰੀਬ ਘਰ ਦੇ ਮੁੰਡੇ ਨੂੰ ਮੁੱਖ ਮੰਤਰੀ ਐਲਾਨਿਆ, ਹਾਲਾਂਕਿ ਉਹਨਾਂ ਦੇ ਰਿਸ਼ਤੇਦਾਰ ਦੇ ਕੋਲੋਂ ਕਰੋੜਾਂ ਦੀ ਜਿਹੜੀ ਨਕਦੀ ਉਹ ਵੀ ਬਰਾਮਦ ਹੋਈ ਹੈ। ਜਿਵੇਂ ਤੁਸੀਂ ਕਾਂਗਰਸ ਦੀ ਗੱਲ ਕੀਤੀ ਹੈਗੀ, ਅਸੀਂ ਇਹਨਾਂ ਤਿੰਨਾਂ ਪਾਰਟੀਆਂ ਤੇ ਅਜੇ ਕਾਟਾ ਮਾਰਿਆ ਹੋਇਆ ਹੈ। ਸਿਮਰਜੀਤ ਸਿੰਘ ਮਾਨ ਲੰਬੇ ਸਮੇਂ ਤੋਂ ਇਲੈਕਸ਼ਨ ਲੜਦੇ ਨੇ, ਬਹੁਤ ਵਾਰੀ ਹੁੰਦਾ ਹੈ ਕਿ ਉਹਨਾਂ ਨੂੰ ਬਹੁਤ ਘੱਟ ਵੋਟਾਂ ਪੈਂਦੀਆਂ ਨੇ। ਐਤਕੀ ਤੁਹਾਨੂੰ ਦੇਖ ਕੇ ਕੀ ਲੱਗਦਾ ਕਿ ਐਤਕੀ ਨੌਜਵਾਨਾਂ ਦਾ ਰੁਝਾਨ ਕਿਵੇਂ ਹੈ? ਹੁਣੇ ਕਿਸਾਨੀ ਅੰਦੋਲਨ ਪੰਜਾਬ ਜਿੱਤ ਕੇ ਹਟਿਆ। ਜੇ ਫਿਰ ਇਹਨਾਂ ਤੋਂ ਅਜੇ ਸਿੱਤਰ ਖਾਈ ਜਾਣੇ ਨੇ, ਫਿਰ ਖਾਈ ਚੱਲੋ। ਸਾਡੇ ਸਿਰਾਂ ਦੀ ਦਸਤਾਰਾਂ ਬਚਾ ਸਕਦੇ ਨੇ, ਹਰੇਕ ਧਰਮਾਂ ਦੀ ਇਜਾਜ਼ਤ ਕਰ ਸਕਦੇ ਨੇ, ਸੁਰੱਖਿਆ ਰੱਖ ਸਕਦੇ ਨੇ, ਤਾਂ ਸਾਨੂੰ ਜਰਨੈਲ ਸਰਦਾਰ ਸਿਮਰਜੀਤ ਸਿੰਘ ਮਾਨ ਹੀ ਨਜ਼ਰ ਆਉਂਦਾ ਹੈਗਾ। ਤੁਸੀਂ ਦੇਖ ਰਹੇ ਹੋ KTV UK, ਮੈਂ ਅਮਨਦੀਪ ਸਿੰਘ ਫਤਿਹ ਸਾਂਝੀ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਚੋਣਾਂ ਦਾ ਜਿਵੇਂ ਸਮਾਂ ਨਜ਼ਦੀਕ ਆਉਂਦਾ ਜਾ ਰਿਹਾ, ਚੋਣ ਮੈਦਾਨ ਹੈ ਗਰਮਾਇਆ ਹੋਇਆ। ਫਤਿਹਗੜ੍ਹ ਸਾਹਿਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਮਾਨ ਸਿੰਘ ਮਾਨ ਚੋਣ ਮੈਦਾਨ ਦੇ ਵਿੱਚ ਨਿੱਤਰੇ ਹੋਏ ਨੇ ਅਤੇ ਅੱਜ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਬਾਬਾ ਜਗਸੀਰ ਸਿੰਘ ਜੱਗੀ ਬਾਬਾ ਜੀ, ਜੋ ਕਿ ਕਿਸਾਨੀ ਅੰਦੋਲਨ ਦੇ ਵਿੱਚ ਜਿਨ੍ਹਾਂ ਨੇ ਸਿੱਖਾਂ ਦੀ ਲਾਜ ਰੱਖੀ, ਸਿੱਖਾਂ ਦੀ ਪੱਗ ਨੂੰ ਬਚਾਇਆ, ਸਿੱਖਾਂ ਦੀ ਅਣਖ ਨੂੰ ਬਚਾਇਆ, ਅੱਜ ਉਹ ਇਮਾਨ ਸਿੰਘ ਮਾਨ ਦੀ ਹਮਾਇਤ ਦੇ ਵਿੱਚ ਫਤਿਹਗੜ੍ਹ ਸਾਹਿਬ ਪਹੁੰਚੇ ਹੋਏ ਨੇ। ਉਹਨਾਂ ਤੋਂ ਜਾਣਾਂਗੇ ਕਿ ਆਖਰ ਕਿਉਂ ਕਰ ਰਹੇ ਨੇ ਉਹ ਇਮਾਨ ਸਿੰਘ ਮਾਨ ਦੀ ਹਮਾਇਤ, ਕਿਸੇ ਹੋਰ ਪਾਰਟੀ ਦੀ ਹਮਾਇਤ ਕਿਉਂ ਨਹੀਂ ਕਰ ਰਹੇ, ਮਾਨ ਦਲ ਦੀ ਹਮਾਇਤ ਕਿਉਂ ਕੀਤੀ ਜਾ ਰਹੀ ਹੈ। ਗੱਲਬਾਤ ਕਰਦੇ ਹਾਂ। ਸਿੰਘ ਸਾਹਿਬ ਸਵਾਗਤ ਕਰਦੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ, ਸਭ ਤੋਂ ਪਹਿਲਾ ਸਵਾਲ ਤਾਂ ਇਹੀ ਹੈ ਕਿ ਕਾਂਗਰਸ ਕਿਉਂ ਨਹੀਂ, ਝਾੜੂ ਕਿਉਂ ਨਹੀਂ, ਅਕਾਲੀ ਦਲ ਕਿਉਂ ਨਹੀਂ, ਭਾਜਪਾ ਕਿਉਂ ਨਹੀਂ, ਮਾਨ ਦਲ ਨੂੰ ਕਿਉਂ ਸਪੋਰਟ ਕਰ? ਕਿਉਂਕਿ ਵੀਰੋ, ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ ਜੇ ਸਾਨੂੰ ਜੇਕਰ ਦਿਸੇ ਨੇ ਬਾਬਾ ਜਰਨੈਲ ਸਿੰਘ ਦੇ ਜਾਣ ਤੋਂ ਬਾਅਦ, ਤਾਂ ਉਸ ਜਰਨੈਲ ਤੋਂ ਜਾਣ ਤੋਂ ਬਾਅਦ ਸਾਨੂੰ ਇੱਕੋ ਇੱਕ ਜਰਨੈਲ ਨਜ਼ਰ ਆਉਂਦਾ ਪਿਆ, ਸਰਦਾਰ ਸਿਮਰਜੀਤ ਸਿੰਘ ਮਾਨ। ਇਸੇ ਲਈ ਸਾਨੂੰ ਇਸ ਦੀ ਸਪੋਰਟ ਦੇ ਲਈ ਕਿਉਂ ਆਉਣਾ ਪਿਆ? ਜਾਂ ਸਾਨੂੰ ਤੁਸੀਂ ਜਿਵੇਂ ਦੱਸਿਆ ਵੀ ਜਾਂ ਕੇਂਦਰੀਵਾਲ ਜਾਂ ਕਾਂਗਰਸ ਜਾਂ ਤੁਸੀਂ ਬਾਦਲ ਕਿਉਂ ਨਹੀਂ ਚੁਣੇ ਹੈਗੇ, ਜਾਂ ਕੋਈ ਹੋਰ ਪਾਰਟੀ। ਜੇਕਰ ਲੰਮੇ ਸਮੇਂ ਤੋਂ ਗੱਲ ਕਰ ਰਹੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ, ਉਹ ਹਿੰਦੂਆਂ ਦੀ ਗੱਲ ਕਰਦੇ ਨੇ। ਜਿਵੇਂ ਕਸ਼ਮੀਰ ਦੇ ਵਿੱਚ 370 ਲੱਗੀ, ਉਹਨੂੰ ਤੜਾਉਣ ਦੀ ਗੱਲ ਕੀਤੀ, ਉੱਥੇ ਪਹੁੰਚਣ ਦੀ ਗੱਲ ਕੀਤੀ, ਤਾਂ ਇੱਕੋ ਇੱਕ ਜਰਨੈਲ ਸਰਦਾਰ ਸਿਮਰਜੀਤ ਸਿੰਘ ਮਾਨ ਹਰੇਕ ਧਰਮਾਂ ਦੀ ਰਿਸਪੈਕਟ ਕਰਨ ਵਾਲੇ ਬਾਬਾ ਜਰਨੈਲ ਸਿੰਘ ਦੇ ਜਾਣ ਤੋਂ ਬਾਅਦ ਸਿੱਖਾਂ ਦੇ ਜਰਨੈਲ ਸਾਨੂੰ ਸਿਮਰਜੀਤ ਸਿੰਘ ਮਾਨ ਨਜ਼ਰ ਆ ਰਹੇ। ਸਿੱਖਾਂ ਦੇ ਜਰਨੈਲ ਤੁਸੀਂ ਆਖਿਆ, ਜਦੋਂ ਮਾਨ ਦਲ ਦੀ ਗੱਲ ਚੱਲਦੀ ਹੈ ਤਾਂ ਉਦੋਂ ਇਹ ਕਿਹਾ ਜਾਂਦਾ ਹੈ ਕਿ ਇਹ ਸਿੱਖਾਂ ਦੀ ਪਾਰਟੀ ਹੈ, ਇਹ ਸਿੱਖਾਂ ਦੀ ਗੱਲ ਕਰਦੀ ਹੈ, ਖਾਲਿਸਤਾਨ ਦੀ ਗੱਲ ਕਰਦੇ ਨੇ, ਫਿਰ ਬਾਕੀ ਜਿਹੜੇ ਧਰਮਾਂ ਦੀ ਗੱਲ ਉਹ ਨਹੀਂ ਕੀਤੀ ਜਾਂਦੀ। ਇਸ ਗੱਲ ਨੂੰ ਫਿਰ ਕਿਵੇਂ ਦੇਖਦੇ? ਇਹਦੇ ਵਿੱਚ ਕੌਣ ਨਹੀਂ ਗੱਲ ਕਰਦੇ ਹੈਗੇ, ਕਿਸੇ ਧਰਮਾਂ ਦੀ ਕੌਣ ਨਹੀਂ ਗੱਲ ਕਰ ਰਿਹਾ, ਮੈਨੂੰ ਇਹ ਨਹੀਂ ਨਾ ਪਤਾ ਹੈਗਾ। ਬਾਕੀ ਜੇ ਕਿੰਨਾਂ ਦੀ ਵੱਲੋਂ ਨਹੀਂ ਇਹ ਗੱਲ ਕੀਤੀ ਜਾਂਦੀ ਨਾ,
ਤਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਦੀ ਜਦੋਂ ਗੱਲ ਚੱਲਦੀ ਹੈ ਤਾਂ ਲੋਕ ਉਹਨਾਂ ਬਾਰੇ ਇਹ ਕਹਿੰਦੇ ਨੇ ਕਿ ਭਾਈ ਇਹ ਤਾਂ ਇਕੱਲੀ ਸਿੱਖਾਂ ਦੀ ਗੱਲ ਕਰਦੇ ਨੇ, ਇਹ ਕਿਸੇ ਹੋਰ ਦੀ ਗੱਲ ਨਹੀਂ ਕਰਦੇ ਹੈਗੇ, ਇਹ ਤਾਂ ਸਿੱਖਾਂ ਦੀ ਪਾਰਟੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਮਾਨ ਦਲ ਸਿਮਰਨਜੀਤ ਸਿੰਘ ਮਾਨ ਇਹ ਸਿਰਫ ਖਾਲਿਸਤਾਨ ਦੀ ਗੱਲ ਕਰਦੇ ਨੇ। ਬਾਕੀ ਕਮਿਊਨਿਟੀਆਂ ਬਾਰੇ ਫਿਰ ਤੁਸੀਂ ਕੀ ਸੋਚਦੇ ਹੋ ਕਿ ਉਹ ਇਹਨਾਂ ਬਾਰੇ ਕੀ ਸੋਚਦੇ ਜਾਂ ਮਾਨ ਦਲ ਬਾਕੀ ਕਮਿਊਨਿਟੀਆਂ ਦੀ ਗੱਲ ਕਰਦਾ ਹੈ? ਦੇਖੋ ਜੀ, ਸਾਰੇ ਧਰਮਾਂ ਦੀ ਫਿਰ ਕਸ਼ਮੀਰ ਦੇ ਵਿੱਚ 370 ਲੱਗੀ ਜਦੋਂ ਹਟਾਈ ਗਈ, ਤੇ ਉੱਥੇ ਫਿਰ ਇਹ ਜਾਂਦੇ ਨੇ। ਆਖਰ ਨੂੰ ਜੇ ਇਹਨਾਂ ਦੇ ਕੌਮ ਦੇ ਪ੍ਰਤੀ ਹੋਰਾਂ ਧਰਮਾਂ ਦੇ ਪ੍ਰਤੀ ਦਰਦ ਹੈ ਤਾਂ ਕਸ਼ਮੀਰ ਦੇ ਵਿੱਚ ਜਾਂਦੇ ਨੇ। ਬਜ਼ੁਰਗ ਨੇ, ਬੰਦੇ ਹੋ ਗਏ ਨੇ, ਕਿਉਂਕਿ ਖੂੰਡੀ ਹੱਥ ਵਿੱਚ, ਲਾਠੀ ਹੱਥ ਵਿੱਚ ਫੜੀ ਹੈਗੀ ਹੈ। ਜੇ ਕਸ਼ਮੀਰ ਵਿੱਚ ਜਾਂਦੇ ਨੇ ਬਗੈਰ ਦਰਦ ਤੋਂ ਥੋੜ੍ਹਾ ਜਾਂਦੇ ਨੇ। ਜੇ ਕੋਈ ਉਹਨਾਂ ਨੂੰ ਦਰਦ ਹੈ ਮੁਸਲਮਾਨਾਂ ਦੇ ਪ੍ਰਤੀ, ਹਿੰਦੂਆਂ ਦੇ ਪ੍ਰਤੀ, ਜੇ ਕਸ਼ਮੀਰ ਵਿੱਚ ਜਾਂਦੇ ਨੇ, ਜੇਕਰ ਇਹਨਾਂ ਦੇ ਅੰਦਰ ਕੋਈ ਦਰਦ ਹੈ ਕੌਮ ਪ੍ਰਤੀ, ਹਰੇਕ ਧਰਮਾਂ ਦੇ ਪ੍ਰਤੀ, ਫੇਰ ਹੀ ਤਾਂ ਗਏ ਨੇ ਨਾ ਉੱਥੇ। ਜੇ ਉਹਨਾਂ ਦੇ ਅੰਦਰ ਪਿਆਰ ਆ ਤਾਂ ਜਾਂਦੇ ਨੇ। ਕੁਛ ਕੁ ਇਹ ਲੱਗਦਾ ਵੀ ਜਿਨ੍ਹਾਂ ਨੂੰ ਅਜੇ ਨਹੀਂ ਵੀ ਪਤਾ ਲੱਗਿਆ ਜਾਂ ਅਜੇ ਹੋਰ ਲੰਮਾ ਟਾਈਮ ਤੱਕ ਅਜੇ ਨਹੀਂ ਸਮਝ ਲੱਗੀ, ਹੋ ਸਕੇ ਮੈਂ ਕਹਿਣਾ ਚਾਹੁੰਦਾ ਹਾਂ ਵੀ ਹਲੇ ਹੋ ਸਕੇ ਵੀ ਹਜੇ ਸਿੱਤਰਾਂ ਦੀ ਕੋਈ ਕਮੀ ਰਹਿ ਗਈ ਹੋਵੇ। ਜੇ ਫਿਰ ਇਹਨਾਂ ਤੋਂ ਅਜੇ ਸਿੱਤਰ ਖਾਈ ਜਾਣੇ ਨੇ, ਫਿਰ ਖਾਈ ਚੱਲੋ। ਭਾਜਪਾ ਦੀ ਸਰਕਾਰ, ਬੀਜੇਪੀ ਦੀ ਸਰਕਾਰ, ਉਸ ਦਿਨ ਦਿੱਲੀ ਦੇ ਰੋਡਾਂ ਤੇ ਜਦੋਂ ਅਸੀਂ ਨਿਹੱਤਿਆਂ ਤੇ ਵਾਰ ਕੀਤਾ, ਸਾਡੇ ਕੋਲ ਉਸ ਟਾਈਮ ਤੇ ਨਾ ਕੋਈ ਸ਼ਸਤਰ ਸੀ ਸਾਡੇ ਕੋਲੇ, ਨਾ ਸਾਡੇ ਕੋਲੇ ਅਸੀਂ ਪੱਥਰਬਾਜ਼ੀ ਕੀਤੀ ਹੈਗੀ। ਉਸ ਟਾਈਮ ਤੇ ਸਾਡੀ ਦਸਤਾਰ, ਸਾਡਾ ਬਾਣਾ ਵੇਖ ਕੇ ਉਹਨਾਂ ਤੋਂ ਜਰਿਆ ਨਹੀਂ ਗਿਆ, ਸਾਡੀ ਦਸਤਾਰ ਲਾਹੀ ਗਈ ਉਸ ਟਾਈਮ ਤੇ। ਜੇ ਉੱਥੋਂ ਕੋਈ ਸਰਕਾਰ ਦਿੱਲੀ ਤੋਂ ਆਉਂਦੀ ਹੈ, ਅਸੀਂ ਕਿਵੇਂ ਮੰਨ ਲਈਏ ਵੀ ਸਾਡੇ ਸਿੱਖਾਂ ਦੀ ਹਮਾਇਤ ਕਰੂਗੀ? ਸਾਡੇ ਸਿਰਾਂ ਦੀਆਂ ਦਸਤਾਰਾਂ ਬਚਾ ਸਕਦੇ ਨੇ, ਹਰੇਕ ਧਰਮਾਂ ਦੀ ਇਜਾਜ਼ਤ ਕਰ ਸਕਦੇ ਨੇ, ਸੁਰੱਖਿਆ ਰੱਖ ਸਕਦੇ ਨੇ, ਤਾਂ ਸਾਨੂੰ ਜਰਨੈਲ ਸਰਦਾਰ ਸਿਮਰਜੀਤ ਸਿੰਘ ਮਾਨ ਹੀ ਨਜ਼ਰ ਆਉਂਦਾ ਹੈਗਾ। ਲੱਗਦਾ ਹੈ ਕਿ ਜਿਹੜੀ ਝਾੜੂ ਹੈ ਜਾਂ ਆਮ ਆਦਮੀ ਪਾਰਟੀ ਹੈ ਕਿ ਉਹ ਪੰਜਾਬ ਦਾ ਭਲਾ ਨਹੀਂ ਕਰੇਗੀ। ਉਹ ਕਹਿੰਦੇ ਨੇ ਕਿ ਅਸੀਂ ਜਿਹੜੇ ਪੰਜਾਬ ਦੇ ਮੁੱਦੇ ਨੇ, ਬਿਜਲੀ ਦਾ ਮੁੱਦਾ ਆ ਪੰਜਾਬ ਦੇ ਵਿੱਚ ਸਿੱਖਿਆ ਜਿਹੜੀ ਚੰਗੀ ਦੇਵਾਂਗੇ, ਸਿਹਤ ਸਹੂਲਤਾਂ, ਹਸਪਤਾਲਾਂ ਨੂੰ ਵਧੀਆ ਬਣਾ ਦੇਵਾਂਗੇ। ਦੇਖੋ ਜੀ, ਜਦੋਂ ਕੋਈ ਕੰਮ ਕਰਦਾ ਹੈ, ਕੋਈ ਮੰਦਿਰ ਜਾਂਦਾ ਹੈ, ਕੋਈ ਮਸਜਿਦ ਵਿੱਚ ਜਾਂਦਾ ਹੈ, ਕੋਈ ਗੁਰਦੁਆਰਾ ਸਾਹਿਬ ਜਾਂਦਾ ਹੈ, ਜਿੱਦੇ ਉਹ ਆਪਣੀ ਮਨੋਕਾਮਨਾ ਲੈ ਕੇ ਜਾਂਦਾ, ਜੇਕਰ ਉਹਦੀ ਮਨੋਕਾਮਨਾ ਪੂਰੀ ਹੁੰਦੀ ਹੈ, ਉਹ ਪੀਰ ਤੇ ਭਰੋਸਾ ਰੱਖ ਲੈਂਦਾ ਹੈ। ਕੋਈ ਪੀਰਾਂ ਨੂੰ ਮੰਨਣ ਵਾਲਾ, ਉਹ ਆਪਣੀ ਮਸਜਿਦ ਦੇ ਵਿੱਚ ਆਪਣੇ ਮੰਦਿਰ ਤੇ ਭਰੋਸਾ ਰੱਖ ਲੈਂਦਾ ਹੈ, ਉਹ ਆਪਣੀ ਦੇਵੀ ਤੇ ਭਰੋਸਾ ਰੱਖ ਲੈਂਦਾ ਹੈ, ਸਿੱਖ ਆਪਣੇ ਗੁਰੂ ਤੇ ਭਰੋਸਾ ਰੱਖ ਲੈਂਦਾ ਹੈ। ਪਰ ਜਦੋਂ ਪ੍ਰੋਫੈਸਰ ਭੁੱਲਰ ਦੀ ਗੱਲ ਆਉਂਦੀ ਹੈ ਤਾਂ ਸਾਰੇ ਕਾਗਜ਼ ਉਹਨਾਂ ਦੇ ਕਾਨੂੰਨੀ ਕਾਰਵਾਈ ਹੈ ਜਿਹੜੀ, ਕਾਗਜ਼ ਸਾਰੇ ਪੂਰੇ ਨੇ। ਤਾਂ ਉਹਦੇ ਕੇਂਦਰੀ ਬਾਲ ਨੇ ਜੇ ਸਿੱਖਾਂ ਦੀ ਹਮਾਇਤ ਹੀ ਚਾਹੁੰਦਾ ਹੈ ਤਾਂ ਪ੍ਰੋਫੈਸਰ ਭੁੱਲਰ ਤੇ ਸਾਈਨ ਕਿਉਂ ਨਹੀਂ ਕੀਤੇ ਗਏ? ਉਹ ਆਪਦੇ ਘਰੇ ਆ ਸਕਦੇ ਸੀ, ਆਪਦੇ ਪਰਿਵਾਰ ਵਿੱਚ ਵਿਚਰ ਸਕਦੇ ਸੀ, ਉਹਨਾਂ ਦੇ ਘਰ ਦੇ ਜਿੰਦੇ ਤਾਲੇ ਲੱਗੇ ਹੋਏ ਸੀ ਲੰਮੇ ਸਮੇਂ ਤੋਂ, ਉਹ ਖੁੱਲ੍ਹ ਸਕਦੇ ਸੀ। ਜੇ ਕੇਂਦਰੀ ਬਾਲ ਸਿੱਖਾਂ ਦੀ ਇੰਨੀ ਹਮਾਇਤ, ਪੰਜਾਬ ਦੀ ਇੰਨੀ ਹਮਾਇਤ ਕਰਨ ਵਾਲਾ ਆ ਸਕਦਾ ਹੈ ਤਾਂ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਤੇ ਕਿਉਂ ਨਹੀਂ ਸਾਈਨ ਕੀਤੇ? ਅਸੀਂ ਇਹ ਚਾਹੁੰਦੇ ਹਾਂ, ਜੇ ਪੰਜਾਬ 'ਚ ਚਾਹੁੰਦਾ ਵੀ ਅਮਨ ਸ਼ਾਂਤੀ ਚਾਹੁੰਦਾ ਗਾ, ਪਰ ਸਾਡੀ ਬੱਚੀ ਦੀ ਉੱਥੇ ਪੱਤ ਲੁੱਟੀ ਗਈ, ਕੇਸ ਕਤਲ ਕੀਤੇ ਗਏ, ਸਿੱਤਰਾਂ ਦਾ ਹਾਰ ਪਾਇਆ ਗਿਆ, ਬਲਾਤਕਾਰ ਕੀਤਾ ਗਿਆ, ਗਲੀਆਂ ਵਿੱਚ ਘੁਮਾਈ ਗਈ, ਤਾਂ ਉਹਦੀ ਪਤਨੀ ਇੱਥੇ ਪੰਜਾਬ ਵਿੱਚ ਆਈ ਹੈ, ਪਰ ਉੱਥੇ ਕਿਉਂ ਨਹੀਂ ਸੜਕਾਂ ਜਾਮ ਕੀਤੀਆਂ ਬਈ? ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਤੇ ਸਾਈਨ ਕਿਉਂ ਨਹੀਂ ਕੀਤੇ ਬਈ? ਪਰ ਉਹਨੂੰ ਪਤਾ ਮੇਰੇ ਹਿੰਦੂਆਂ ਦੀ ਬਹੁਤ ਟੁੱਟ ਜੂਗੀ। ਪਰ ਅਸੀਂ ਆਸ ਨਹੀਂ ਚਾਹੁੰਦੇ ਵੀ ਬਹੁਤਾ ਚੰਗਾ ਕਿ ਪੰਜਾਬ 'ਚ ਸਮਾਰਨਗੇ। ਜਦੋਂ ਦਿੱਲੀ 'ਚ ਸਾਡੀ ਭੈਣ ਦੀ ਪੱਤ ਲੁੱਟੀ ਗਈ, ਜਦੋਂ ਸਾਡਾ ਪੰਜਾਬ ਦੇ ਵਿੱਚੋਂ ਅੰਮ੍ਰਿਤਪਾਲ ਮਹਿਰੋਂ ਜਾ ਸਕਦਾ ਸਾਡੀ ਬੱਚੀ ਵਾਸਤੇ, ਉਹ ਦਿੱਲੀ ਵਿੱਚ ਰਹਿੰਦਾ ਗਾ, ਪਰ ਉੱਥੇ ਉਹ ਕਿਉਂ ਨਹੀਂ ਬਈ ਬਾਜ਼ ਠਾ ਸਕਦੇ? ਉਹ ਕਿਉਂ ਨਹੀਂ ਡਿਬੇਟ ਕਰ ਸਕਦੇ? ਪਰ ਜਦੋਂ ਉਹ ਵੀ ਕੈਂਡੀਡੇਟ ਹੈ, MLA ਦੀ ਇਲੈਕਸ਼ਨ ਲੜ ਰਿਹਾ ਅੰਮ੍ਰਿਤਪਾਲ ਮਹਿਰੋਂ, ਜਦੋਂ ਪੰਜਾਬ ਤੋਂ ਉਸ ਬੱਚੀ ਦੇ ਹੱਕ ਦੇ ਵਿੱਚ ਉਹ ਇੱਥੋਂ ਚੱਲ ਕੇ ਜਾ ਸਕਦਾ ਹੈ, ਭਾਵੇਂ ਚੋਣਾਂ ਦਾ ਦੌਰਾਨ, ਚੋਣਾਂ ਦਾ ਸਮਾਂ ਚੱਲ ਰਿਹਾ ਹੈ, ਉਹ ਇੱਥੋਂ ਆਪਣੀਆਂ ਵੋਟਾਂ, ਆਪਣੀ ਨੁਮਾਇੰਦਗੀ ਛੱਡ ਕੇ ਉਸ ਬੱਚੀ ਦੇ ਪਰਿਵਾਰ ਨੂੰ ਅੰਮ੍ਰਿਤਪਾਲ ਮਹਿਰੋਂ ਮਿਲਣ ਚਲਿਆ ਗਿਆ। ਪਰ ਉਹ ਕਿਉਂ ਨਹੀਂ ਗਿਆ ਬਈ? ਜਿਵੇਂ ਜਦੋਂ ਸਿੱਖਾਂ ਦੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ ਤਾਂ ਉਦੋਂ ਕੇਂਦਰ ਦਾ ਰਵੱਈਆ ਕੁਝ ਹੋਰ ਹੁੰਦਾ ਹੈ। ਤਾਂ ਸਰਸੇ ਵਾਲੇ ਸਾਧ ਨੂੰ ਜਿਹੜੀ 21 ਦਿਨਾਂ ਦੀ ਪੈਰੋਲ ਹੈ ਜਾਂ ਫਰਲ ਹੈ ਉਹ ਦੇ ਦਿੱਤੀ ਗਈ ਹੈ, ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਤਾਂ ਵੋਟਾਂ ਨੇੜੇ ਆ ਗਈਆਂ, ਹੁਣ ਜਿਹੜਾ ਡੇਰਾ
ਸੱਚਾ ਸੌਦਾ ਜਿਹਨੂੰ ਕਿਹਾ ਜਾਂਦਾ ਹੈ, ਸਰਸੇ ਵਾਲਾ ਸਾਧ ਆ, ਉਹਦੀਆਂ ਵੋਟਾਂ ਲੈਣੀਆਂ ਨੇ ਤਾਂ ਉਹਨੂੰ 21 ਦਿਨ ਦੀ ਫਰਲ ਹੈ ਜਿਹੜੀ ਉਹ ਦੇ ਦਿੱਤੀ ਗਈ ਹੈ। ਤਾਂ ਦੂਜੇ ਪਾਸੇ ਬੰਦੀ ਸਿੰਘਾਂ ਨੂੰ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋਈਆਂ ਨੂੰ ਵੀ ਕਈ ਸਾਲ ਹੋ ਗਏ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ। ਜਦੋਂ ਭਗਵੰਤ ਮਾਨ ਨੂੰ ਪੁੱਛਿਆ ਗਿਆ ਕਿ ਭਾਈ ਸਰਸੇ ਵਾਲੇ ਸਾਧ ਦੀ ਜਿਹੜੀ 21 ਦਿਨ ਦੀ ਜ਼ਮਾਨਤ ਦਿੱਤੀ ਗਈ ਹੈ ਤਾਂ ਉਹਨਾਂ ਨੇ ਕਿਹਾ ਕਿ ਕਾਨੂੰਨ ਦਾ ਕੰਮ ਹੈ, ਕਾਨੂੰਨ ਜੋ ਕਰੂਗਾ ਸਹੀ ਹੈ। ਫਿਰ ਤੁਸੀਂ ਹਿਸਾਬ ਲਾ ਲੈਣਾ ਚਾਹੀਦਾ ਨਾ, ਜਿਵੇਂ ਅਸੀਂ ਕਿਹਾ ਵੀ ਸਾਨੂੰ ਦਿੱਲੀ ਤੋਂ ਜਿਹੜੀ ਆਵਾਜ਼ ਕਦੇ ਵੀ ਆਈ ਹੈ ਸਿੱਖਾਂ ਦੇ, ਕਦੇ ਹੱਕ ਵਿੱਚ ਆਵਾਜ਼ ਨਹੀਂ ਆਈ। ਜਿਵੇਂ ਪਹਿਲਾਂ ਅਸੀਂ ਇੱਥੇ ਬੋਲਿਆ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਚਾਂਦਨੀ ਚੌਕ ਵਿੱਚ ਹੋਈ, ਭਾਈ ਮਨੀ ਸਿੰਘ ਦੀ ਸ਼ਹਾਦਤ ਬੰਦ ਕੱਟਿਆ ਗਿਆ, ਭਾਈ ਦਿਆਲਾ ਜੀ ਜਿਉਂਦੇ ਦੇਗ ਵਿੱਚ ਉਬਾਲੇ ਗਏ, ਭਾਈ ਸਤੀ ਦਾਸ ਰੂਮ ਵਿੱਚ ਸਾੜੇ ਗਏ ਜਿਉਂਦੇ, ਪਵਿੱਤਰ ਖੂਨ ਉਸ ਧਰਤੀ ਤੇ ਡੋਲਿਆ। 1984 ਵਿੱਚ ਸਾਡੇ ਸਿੱਖਾਂ ਦੇ ਜਿਉਂਦਿਆਂ ਦੇ ਗਲਾਂ 'ਚ ਟਾਇਰ ਪਾ ਕੇ ਸਾੜੇ ਗਏ। ਫਿਰ ਉੱਥੇ ਸਮੇਤ ਸੈਣੀ ਵਰਗੇ ਅਨੇਕਾਂ ਕਤਲਾਂ ਦੇ ਬੈਰੀ ਨੇ, ਮਲਤਾਨੀ ਕੇਸ ਉਹਨਾਂ ਤੇ ਪਿਆ ਹੋਇਆ ਹੈ, ਉਹ ਘਰ 'ਚੋਂ ਉੱਡ ਜਾਂਦੇ ਨੇ ਤਾਂ ਉਹਨਾਂ ਨੂੰ ਸਜ਼ਾਵਾਂ ਕਿਉਂ ਨਹੀਂ ਦਿੱਤੀਆਂ ਜਾਂਦੀਆਂ? ਉਹਨਾਂ ਨੂੰ DIG ਦੀ ਨੌਕਰੀ ਦਿੱਤੀ ਜਾਂਦੀ ਹੈ, ਉਹਨੂੰ ਵੱਡੇ ਅਹੁਦੇ ਦਿੱਤੇ ਜਾਂਦੇ ਨੇ। ਸਿੱਖਾਂ ਦੇ ਕਤਲ ਕਰਨ ਵਾਲਿਆਂ ਨੂੰ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਸਕਦਾ ਹੈ, ਪਰ ਹੁਣ 21 ਦਿਨਾਂ ਵਾਸਤੇ ਸਰਸੇ ਵਾਲੇ ਸੌਦਾ ਸਾਧ ਨੂੰ ਛੱਡਿਆ ਜਾਂਦਾ ਹੈ। ਭਗਵੰਤ ਮਾਨ ਦੀ ਗੱਲ ਕੀਤੀ ਜਾਂਦੀ ਹੈ, ਜਿਵੇਂ ਤੁਸੀਂ ਕਹਿੰਦੇ ਵੀ ਉਹਨਾਂ ਦਾ ਕਾਨੂੰਨ ਹੈ, ਉਹ ਜਾਣਦੇ ਨੇ। ਜਦੋਂ ਅਸੀਂ ਸਿੱਖਾਂ ਦੇ ਪੁੱਤ ਸਿੱਖਾਂ ਦੇ ਘਰਾਂ 'ਚ ਜਨਮ ਲੈ ਕੇ ਅਸੀਂ ਸਿੱਖਾਂ ਦੀ ਗੱਲ ਨਹੀਂ ਕਰ ਸਕਦੇ, ਫਿਰ ਅਸੀਂ ਬਹੁਤ ਹੀ ਚੰਗੀ ਕੇਂਦਰੀਵਾਲ ਤੋਂ ਜਾਂ ਉਹਨਾਂ ਦੀ ਆਉਣ ਵਾਲੀ ਜਿਹੜੀ B ਟੀਮ ਕਹਿਣਾ ਮੈਂ ਉਸ ਟੀਮ ਨੂੰ, ਉਸ B ਟੀਮ ਤੋਂ ਭਾਜਪਾ ਦੀ ਕਹਿ ਦਈਏ ਬਹੁਤ ਹੀ ਚੰਗੀ ਆਸ ਨਹੀਂ ਜੇ ਰੱਖਦੇ। ਅਕਾਲੀ ਦਲ ਹੈ ਉਹ ਤਾਂ ਸ਼ੁਰੂ ਤੋਂ ਖੁਦ ਨੂੰ ਕਹਿੰਦਾ ਆਂਦਾ ਕਿ ਅਸੀਂ ਪੰਥਕ ਪਾਰਟੀਆਂ, ਪਿੰਡਾਂ ਦੀ ਪਾਰਟੀਆਂ। ਸ਼੍ਰੋਮਣੀ ਅਕਾਲੀ ਦਲ ਬਾਦਲ ਉਹ ਆਪਣੇ ਆਪ ਨੂੰ ਪਿੰਡਾਂ ਦੀ ਪੰਥਕ ਪਾਰਟੀ ਕਹਿੰਦਾ ਹੁੰਦਾ। ਜਿਹੜੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਲਗਾਏ ਹੋਏ ਨੇ ਉਹਨਾਂ ਨੇ ਵੀ ਕਿਹਾ ਕਿ ਇਹਦੀ ਸਪੋਰਟ ਕਰੋ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਪੋਰਟ ਕਰੋ। ਤੇ ਉਸ ਤੋਂ ਬਾਅਦ ਜਿਹੜਾ ਸੰਤ ਸਮਾਜ ਆ ਜਿਹਦੇ ਵਿੱਚ ਸਾਡੇ ਜਿਹੜੇ ਬਾਬੇ ਨੇ ਜਾਂ ਸਿੱਖ ਧਰਮ ਦੇ ਸਤਿਕਾਰਯੋਗ ਬਾਬੇ ਆਪਾਂ ਜਿਨ੍ਹਾਂ ਨੂੰ ਆਖਦੇ ਹਾਂ ਕਿ ਭਾਈ ਇਹ ਸਾਡੇ ਬਾਬੇ ਨੇ, ਸਾਨੂੰ ਬਾਣੀ ਦਾ ਪ੍ਰਚਾਰ ਨੇ, ਇਹਨਾਂ ਨੂੰ ਬਾਣੀ ਦੇ ਸਾਨੂੰ ਕਥਾਵਾਂ ਸੁਣਾਉਂਦੇ ਨੇ, ਉਹ ਬਾਬੇ ਵੀ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਿਹੜੀ ਉਹ ਪੰਥਕ ਧਿਰ ਆ ਤੇ ਇਸ ਪੰਥਕ ਧਿਰ ਦੀ ਹਮਾਇਤ ਕਰੋ। ਦੇਖੋ ਜੀ, ਚੰਦਨ ਕੇ ਨਿਕਟ ਬਸੇ ਬਾਂਸ ਸੁਗੰਧ ਨਾ ਹੋਏ, ਜਿਵੇਂ ਤੁਸੀਂ ਕਿਹਾ ਨਾ ਵੀ ਬਾਣੀ ਪੜ੍ਹਨ ਵਾਲੇ ਸਾਡੇ ਬਾਬੇ ਉਹਨਾਂ ਦੀ ਹਮਾਇਤ ਕਰਦੇ ਨੇ। ਚੰਦਨ ਕੇ ਨਿਕਟ ਬਸੇ ਬਾਂਸ ਸੁਗੰਧ ਨਾ ਹੋਏ, ਕਹਿੰਦੇ ਬਾਂਸ ਚੰਦਨ ਨਾਲ ਖੈਂਦਾ ਹੈ, ਜਿਵੇਂ ਬਾਣੀ ਪੜ੍ਹਨ ਵਾਲਿਆਂ ਦੀ ਗੱਲ ਕੀਤੀ ਹੈਗੀ ਹੈ। ਦੇਖੋ ਜੀ, ਉਹ ਬਾਂਸ ਸੌਦਾਂ ਦਾ ਖੈਂਦਾ ਰਹਿ ਜਾਂਦਾ ਹੈ, ਪਰ ਸੁਗੰਧੀ ਨਹੀਂ ਪ੍ਰਾਪਤੀ ਕਰ ਸਕਦਾ। ਜੇ ਸਿੱਖ ਕੌਮ ਦਾ ਸਤਿਕਾਰ, ਆਪਣੇ ਧਰਮ ਨੂੰ ਤੇ ਹੋਰਾਂ ਧਰਮਾਂ ਨੂੰ ਬਹਾਲ ਰੱਖਣਾ ਹੈ, ਸਿੱਖ ਕੌਮ ਦੇ ਜਰਨੈਲ ਨੂੰ ਪਛਾਣ ਕਰਨੀ ਪਊਗੀ। ਕਿਉਂਕਿ ਜੇ ਸਾਡੇ ਕੋਲ ਵੀ ਕਿਸੇ ਇਲੈਕਸ਼ਨਾਂ ਦੀ ਜਾਂ ਹੋਰ ਦੀ, ਜਿਵੇਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਦੀ ਗੱਲ ਚੱਲਦੀ ਹੈ ਜਾਂ ਹੋਰ ਲੀਡਰਸ਼ਿਪ ਸਾਡੇ ਕੋਲੇ ਆਈ, ਤੁਸੀਂ ਚੋਣ ਲੜੋ, ਅਸੀਂ ਚੋਣ ਨੂੰ ਦਰਕਾਰ ਦਿੱਤਾ ਹੈਗਾ, ਅਸੀਂ ਚੋਣ ਦੇ ਲਈ ਅਸੀਂ ਜਵਾਬ ਦਿੱਤਾ। ਜੇਕਰ ਅਸੀਂ ਇੱਥੇ ਤੱਕ ਆਏ ਹਾਂ, ਪੰਧੇਰ ਨਗਰ ਤੋਂ ਜ਼ਿਲ੍ਹਾ ਬਰਨਾਲਾ ਦੇ ਵਿੱਚੋਂ ਆਉਣੇ, ਅਸੀਂ ਹਮਾਇਤ ਕਰਨ ਦੇ ਲਈ ਸਰਦਾਰ ਸਿਮਰਜੀਤ ਮਾਨ ਦੇ ਲਈ ਇੱਕੋ ਇੱਕ ਜਰਨੈਲ ਹੈ, ਪਰ ਸਾਨੂੰ ਵੀ ਪਤਾ ਵੀ ਅਸੀਂ ਕਿਹਦੇ ਨਾਲ। ਸਾਨੂੰ ਪਤਾ ਹੈ ਜੇਕਰ ਮੱਝ ਲਿਬੜੀ ਹੋਵੇ ਤਾਂ ਆਪਾਂ ਦੇਖ ਕੇ ਲੰਘਦੇ ਵੀ ਸਾਡੇ ਯਾਰ ਕੱਪੜਿਆਂ ਤੇ ਛਿੱਟੇ ਨਾ ਪਾ ਦੇ, ਲੰਘਦੇ ਕਿ ਨਹੀਂ ਲੰਘਦੇ। ਜੇ ਕੋਈ ਕਾਲਾ ਭਾਂਡਾ ਪਿਆ ਹੋਵੇ ਉਹਦੇ ਕੋਲ ਵੀ ਆਪਾਂ ਦੇਖ ਕੇ ਲੰਘਦੇ ਵੀ ਯਾਰ ਸਾਡੇ ਕੱਪੜੇ ਨਾ ਕਾਲੇ ਹੋ ਜਾਣ, ਖਰਾਬ ਨਾ ਹੋ ਜਾਣ। ਪਰ ਸਾਨੂੰ ਵੀ ਤਾਂ ਸਾਡੀ ਆਪਣੀ ਇੱਜ਼ਤ ਦੀ, ਸਾਡੇ ਆਪਣੇ ਧਰਮ ਦੀ, ਸਾਡੇ ਆਪਣੇ ਸਤਿਕਾਰ ਬਹਾਲ ਦੇ ਰੱਖਣ ਦੇ ਲਈ ਅਸੀਂ ਕਿਉਂ ਤੁਰੇ ਇਸ ਪਾਸੇ ਨੂੰ। ਸਾਨੂੰ ਵੀ ਪਤਾ ਹੈ ਵੀ ਜੇ ਸਰਦਾਰ ਸਿਮਰਜੀਤ ਮਾਨ ਦੇ ਨਾਲ ਅਸੀਂ ਸਪੋਰਟ ਕਰਾਂਗੇ, ਨਾ ਸਾਡੇ ਕਾਲੇ ਕੱਪੜੇ ਹੋਣ ਤੇ ਨਾ ਸਾਨੂੰ ਕੋਈ ਕਿੰਤੂ ਪਰੰਤੂ ਹੋਵੇ ਕਿਸੇ ਗੱਲ ਦਾ ਸਵਾਲ, ਤੇ ਕੌਮ ਦੀ ਜਥੇਬੰਦੀ ਦੀ, ਬੰਦੀ ਸਿੰਘਾਂ ਦੇ ਰਿਹਾਈ ਦੀ, ਮੁਸਲਮਾਨਾਂ ਦੀ, ਹਿੰਦੂਆਂ ਦੀ ਗੱਲ ਕਰਨ ਵਾਲੇ ਸਰਦਾਰ ਸਿਮਰਜੀਤ ਮਾਨ ਨੇ। ਪਰ ਸਾਨੂੰ ਵੀ ਪਿਆਰ ਆਉਂਦਾ ਹੈ, ਸਾਨੂੰ ਪੂਰੀ ਕੌਮ ਨੇ ਪਿਆਰ ਦਿੱਤਾ ਹੈਗਾ, ਪਰ ਅਸੀਂ ਉਹਨਾਂ ਦਾ ਸਤਿਕਾਰ ਵੀ ਹੈ, ਉਹਨਾਂ ਦਾ ਪਿਆਰ ਵੀ ਜਿਹੜਾ ਬਹਾਲ ਰੱਖਣਾ ਹੈ। ਜੇਕਰ ਤੁਰੇ ਅਸੀਂ ਸੋਚ ਸਮਝ ਕੇ ਆਪਣੇ ਮਾਨ ਸਾਹਿਬ ਦੀ ਸਪੋਰਟ ਨੂੰ ਤਾਂ ਤੁਰੇ ਹਾਂ, ਪਰ ਐਸਾ ਜਰਨੈਲ ਹੈਗਾ ਸੰਤ ਬਾਬਾ ਜਰਨੈਲ ਸਿੰਘ ਤੋਂ ਜਾਣ ਤੋਂ ਬਾਅਦ ਹਮਾਇਤ ਕਰਨ ਵਾਲੇ ਸਿੱਖਾਂ ਦੀ। ਤਾਂ ਕਾਂਗਰਸ ਦੀ ਗੱਲ ਕਰੀਏ, ਕਾਂਗਰਸ ਨੇ 4.5 ਸਾਲ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਲਾ ਕੇ ਰੱਖਿਆ, ਕਹਿੰਦੇ ਉਹਨਾਂ ਨੇ ਕੁਝ ਨਹੀਂ ਕੀਤਾ। 6 ਮਹੀਨਿਆਂ ਵਾਸਤੇ ਜਾਂ
111 ਦਿਨਾਂ ਵਾਸਤੇ ਚਰਨਜੀਤ ਸਿੰਘ ਚੰਨੀ ਨੂੰ ਲਾਇਆ, ਹੁਣ ਵੀ ਉਹਨਾਂ ਨੂੰ ਚਿਹਰਾ ਐਲਾਨਿਆ ਗਿਆ ਤਾਂ ਕਹਿੰਦੇ ਵੀ ਕੈਪਟਨ ਨੇ ਨਹੀਂ ਕੀਤੇ ਮਸਲੇ ਹੱਲ, ਹੁਣ ਚੰਨੀ ਕਰੂਗਾ ਸਾਰੇ ਮਸਲੇ ਹੱਲ। ਗਾਣੇ ਵੀ ਇਹਨਾਂ ਨੇ ਗਾਤੇ ਕਿ ਕਹਿੰਦੇ ਪਹਿਲਾ ਮੁੱਖ ਮੰਤਰੀ ਤਾਂ ਆਉਂਦਾ ਹੀ ਨਹੀਂ ਸੀ, ਇਹ ਕਹਿੰਦੇ ਸੌਂਦਾ ਹੀ ਨਹੀਂ। ਚਲੋ ਸੌਂਦੇ ਤਾਂ ਹੋਣਗੇ, ਇਹ ਤਾਂ ਗਾਣਿਆਂ ਦੇ ਵਿੱਚ ਗੱਲਾਂ ਨੇ। ਪਰ ਕਾਂਗਰਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਕਾਂਗਰਸ ਨੂੰ ਲੋਕਾਂ ਨੂੰ ਵੋਟ ਪਾਉਣੀ ਚਾਹੀਦੀ ਹੈ? ਹੁਣ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਗਰੀਬ ਘਰ 'ਚ ਉੱਠਿਆ ਹੋਇਆ ਮੁੰਡਾ ਮੁੱਖ ਮੰਤਰੀ ਬਣਿਆ ਤੇ ਕਾਂਗਰਸ ਨੇ ਉਹਨੂੰ ਫਿਰ ਤੋਂ ਉਮੀਦਵਾਰ ਐਲਾਨਿਆ ਕਿ ਗਰੀਬ ਘਰ ਦੇ ਮੁੰਡੇ ਨੂੰ ਮੁੱਖ ਮੰਤਰੀ ਐਲਾਨਿਆ, ਹਾਲਾਂਕਿ ਉਹਨਾਂ ਦੇ ਰਿਸ਼ਤੇਦਾਰ ਦੇ ਕੋਲੋਂ ਕਰੋੜਾਂ ਦੀ ਜਿਹੜੀ ਨਕਦੀ ਉਹ ਵੀ ਬਰਾਮਦ ਹੋਈ ਹੈ। ਗਰੀਬ ਤਾਂ ਫਿਰ ਕਾਹਦੇ ਹੋਏ? ਕੀ ਕਾਂਗਰਸ ਪਾਰਟੀ ਪੰਜਾਬ ਦਾ ਜਾਂ ਚਰਨਜੀਤ ਸਿੰਘ ਚੰਨੀ ਭਲਾ ਕਰ ਸਕਦੇ? ਇਹ ਸਾਡੀ ਨੌਜਵਾਨੀ ਨੇ ਇਸ ਗੱਲਾਂ ਨੂੰ ਤੈਅ ਕਰਨਾ ਹੈ। ਸੋਸ਼ਲ ਮੀਡੀਆ ਦਾ ਯੁੱਗ ਹੈ, ਇੰਟਰਨੈਟ ਦਾ ਯੁੱਗ ਹੈ, ਸਾਰੀਆਂ ਹਰੇਕ ਘਰ ਦੇ ਵਿੱਚ ਇੱਕ ਲੀਡਰ ਹੁਣ ਹੈਗਾ ਗਾ। ਸੋ ਸਾਡੀ ਧੀ ਹੋਵੇ, ਸਾਡੀ ਬੱਚੀ ਹੋਵੇ, ਸਾਡਾ ਭਰਾ ਹੋਵੇ, ਕਿਉਂਕਿ ਇੰਟਰਨੈਟ ਦਾ ਯੁੱਗ ਹੈ, ਸੋਸ਼ਲ ਮੀਡੀਆ ਦਾ ਯੁੱਗ ਹੈ, ਹਰੇਕ ਘਰ ਦੇ ਵਿੱਚ ਇੱਕ ਲੀਡਰ ਹੈਗਾ ਗਾ। ਜਿਵੇਂ ਤੁਸੀਂ ਕਾਂਗਰਸ ਦੀ ਗੱਲ ਕੀਤੀ ਹੈਗੀ, ਅਸੀਂ ਇਹਨਾਂ ਤਿੰਨਾਂ ਪਾਰਟੀਆਂ ਤੇ ਆਪਣੇ ਅਜੇ ਕਾਟਾ ਮਾਰਿਆ ਹੋਇਆ ਹੈ। ਜੇ ਸਾਡੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਇਹ, ਅੱਜ ਅਸੀਂ ਕਾਂਗਰਸ ਨੂੰ ਵੀ ਸਪੋਰਟ ਕਰ ਸਕਦੇ ਸੀਗੇ, ਅੱਜ ਅਸੀਂ ਭਾਜਪਾ ਨੂੰ ਸਪੋਰਟ ਕਰ ਸਕਦੇ ਸੀਗੇ, ਅਸੀਂ ਕੇਂਦਰੀਵਾਲ ਨੂੰ ਸਪੋਰਟ ਕਰ ਸਕਦੇ ਸੀ, ਅਸੀਂ ਬਾਦਲਾਂ ਨੂੰ ਸਪੋਰਟ ਕਰ ਸਕਦੇ ਸੀ। ਜੇ ਬੰਦੀ ਸਿੰਘਾਂ ਦੀ ਗੱਲ ਕਰਦੇ, ਉਹਨਾਂ ਦੇ ਮਾਵਾਂ ਦੇ ਪੁੱਤ, ਉਹਨਾਂ ਭਰਾਵਾਂ ਦੇ ਭਰਾ ਅੱਜ ਘਰੇ ਆਉਂਦੇ, ਆਪਣੇ ਪਰਿਵਾਰ ਦੇ ਵਿੱਚ ਆ ਕੇ ਵਿਚਰਦੇ, ਅਸੀਂ ਮੰਨ ਲੈਂਦੇ ਵੀ ਅਸੀਂ ਕਾਂਗਰਸ ਦਾ ਸਾਥ ਦੇਣਾ ਹੈ, ਅਸੀਂ ਮੰਨ ਲੈਂਦੇ ਵੀ ਕੇਂਦਰੀਵਾਲ ਦਾ ਸਾਥ ਦੇਣਾ ਹੈ, ਅਸੀਂ ਮੰਨ ਲੈਂਦੇ ਵੀ ਬਾਦਲਾਂ ਦਾ ਸਾਥ ਦੇਣਾ ਹੈ। ਅਸੀਂ ਇਹ ਆਪ ਤੈਅ ਕਰਨਾ, ਸਾਡੀ ਨੌਜਵਾਨੀ ਨੇ ਤੈਅ ਕਰਨਾ ਹੈ ਸਾਥ ਕਿਹਨਾਂ ਦਾ ਦੇਣਾ। ਅਖੀਰ ਦੇ ਵਿੱਚ ਅਸੀਂ ਤੁਹਾਨੂੰ ਇਹ ਪੁੱਛਣਾ ਚਾਹਾਂਗੇ ਕਿ ਤੁਸੀਂ ਅੱਜ ਇਮਾਨ ਸਿੰਘ ਮਾਨ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਹੋ, ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਦੀਪ ਸਿੱਧੂ ਵੀ ਆਏ ਹੋਏ ਨੇ, ਕੀ ਲੱਗਦਾ ਹੈ ਕਿ ਲੋਕਾਂ ਦਾ ਕਿੰਨਾ ਕੁ ਤੁਹਾਨੂੰ ਭਰੋਸਾ ਲੱਗਦਾ ਕਿ ਲੋਕ ਕਿਉਂਕਿ ਸਿਮਰਜੀਤ ਸਿੰਘ ਮਾਨ ਲੰਬੇ ਸਮੇਂ ਤੋਂ ਇਲੈਕਸ਼ਨਾਂ ਲੜਦੇ ਨੇ, ਬਹੁਤ ਵਾਰੀ ਹੁੰਦਾ ਹੈ ਕਿ ਉਹਨਾਂ ਨੂੰ ਬਹੁਤ ਘੱਟ ਵੋਟਾਂ ਪੈਂਦੀਆਂ ਨੇ। ਐਤਕੀ ਤੁਹਾਨੂੰ ਦੇਖ ਕੇ ਕੀ ਲੱਗਦਾ ਕਿ ਐਤਕੀ ਨੌਜਵਾਨਾਂ ਦਾ ਰੁਝਾਨ ਕਿਵੇਂ ਹੈ? ਹੁਣੇ ਕਿਸਾਨੀ ਅੰਦੋਲਨ ਪੰਜਾਬ ਜਿੱਤ ਕੇ ਹਟਿਆ, ਕਿ ਉਸ ਚੀਜ਼ ਦਾ ਕੋਈ ਅਸਰ ਪਊਗਾ? ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਨੌਜਵਾਨੀ ਦੀ, ਇਹ ਸਾਡੇ ਭਰਾਵਾਂ ਨੇ ਲੰਮਾ ਸਮਾਂ ਇੱਥੇ ਹੁਣ ਬੋਲੇ ਹੈਗੇ ਆ। ਜੇ ਅਸੀਂ ਆਪਣੇ ਧਰਮ ਨੂੰ ਸੱਚਾ ਤੇ ਸੋਚਾ ਤੇ ਉੱਚਾ ਰੱਖਣਾ ਹੈਗਾ, ਸਿਰਾਂ ਦੀਆਂ ਦਸਤਾਰਾਂ ਬਚਵਾਉਣੀਆਂ ਹੈਗੀਆਂ ਨੇ। ਜਿਵੇਂ ਦਿੱਲੀ 'ਚ ਸਾਡੀ ਭੈਣ ਦੀ ਬੇਪੱਤੀ ਹੋਈ, ਕੇਸ ਕਤਲ ਕੀਤੇ ਗਏ, ਸਿੱਤਰਾਂ ਦਾ ਹਾਰ ਪਾਇਆ ਗਿਆ, ਮੂੰਹ ਕਾਲਾ ਕੀਤਾ ਗਿਆ, ਗਲੀਆਂ ਵਿੱਚ ਘਮਾਈ ਗਈ। ਇਹ ਸਾਡੀ ਨੌਜਵਾਨੀ ਨੇ, ਸਾਡੀਆਂ ਮਾਵਾਂ ਭੈਣਾਂ ਨੇ, ਬਜ਼ੁਰਗਾਂ ਨੇ, ਸਾਡੇ ਕੌਮ ਦੇ ਵਸਨੀਕਾਂ ਨੇ ਇਹ ਹਿਸਾਬ ਲਾਉਣਾ ਹੈ ਵੀ ਅਸੀਂ ਉਹਨਾਂ ਦਾ ਸਾਥ ਦੇਣਾ ਹੈਗਾ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਸਾਥ ਦੇਣਾ ਹੈਗਾ ਗਾ। ਬਹੁਤ ਬਹੁਤ ਧੰਨਵਾਦ। ਤਾਂ ਗੱਲਬਾਤ ਕੀਤੀ ਹੈ ਜੱਗੀ ਬਾਬਾ ਜੀ ਦੇ ਨਾਲ, ਜਿਨ੍ਹਾਂ ਨੇ ਇਹ ਆਖਿਆ ਹੈ ਕਿ ਵੱਡੀਆਂ ਗੱਲਾਂ ਉਹਨਾਂ ਨੇ ਆਖੀਆਂ ਨੇ ਕਿ ਬਾਂਸ ਜੇਕਰ ਚੰਦਨ ਦੇ ਕੋਲ ਰਹਿੰਦਾ ਆ ਤਾਂ ਉਹ ਚੰਦਨ ਨਹੀਂ ਬਣ ਜਾਂਦਾ, ਬਾਂਸ ਹੀ ਰਹਿੰਦਾ। ਤਾਂ ਵੱਡੇ ਇਸ਼ਾਰੇ ਜਿਹੜੇ ਉਹਨਾਂ ਨੇ ਪੰਜਾਬ ਦੇ ਜਿਹੜੇ ਬਾਬੇ ਨੇ ਜਾਂ ਪੰਜਾਬ ਦੀ ਰਾਜਨੀਤੀ ਵੱਲ ਕੀਤੇ ਨੇ, ਅਤੇ ਸਰਦਾਰ ਇਮਾਨ ਸਿੰਘ ਮਾਨ ਨੂੰ ਖੁੱਲ੍ਹ ਕੇ ਹਮਾਇਤ ਦੇਣ ਦੇ ਲਈ ਫਤਿਹਗੜ੍ਹ ਸਾਹਿਬ ਦੇ ਵਿੱਚ ਪਹੁੰਚੇ ਹੋਏ ਨੇ। ਦੀਪ ਸਿੱਧੂ ਵੀ ਪਹੁੰਚੇ ਹੋਏ ਨੇ। ਇਮਾਨ ਸਿੰਘ ਮਾਨ ਨੂੰ ਅਤੇ ਸਿਮਰਜੀਤ ਸਿੰਘ ਮਾਨ ਨੂੰ ਜਿਹੜੀ ਸਪੋਰਟ ਹੈ ਉਹ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਬਾਰੇ ਕਈ ਗੱਲਾਂ ਇਹਨਾਂ ਨੇ ਕੀਤੀਆਂ ਨੇ। ਤੇ ਹੁਣ ਤੁਸੀਂ ਦੇਖਦੇ ਰਹੋ KTV UK। ਕੈਮਰਾਮੈਨ ਸਹਿਯੋਗੀ ਸਿਮਰਤਪਾਲ ਸਿੰਘ ਦੇ ਨਾਲ ਮੈਂ ਮਨਦੀਪ ਸਿੰਘ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।